ਹੈਲੋ, ਗੁੱਡ ਮਾਰਨਿੰਗ। ਅੱਛਾ, ਕੱਲ ਤੁਸੀਂ ਪੜ੍ਹਿਆ ਸੀ ਸੋਲੋ ਮਾਡਲ ਦੀ ਡਾਇਗਨਮੈਟਿਕ ਰਿਪਰੈਜ਼ੈਂਟੇਸ਼ਨ। ਆਹੀ ਆਪਾਂ ਇਕੁਏਸ਼ਨ ਪੜ੍ਹੀ ਸੀ ਇਹਦੀ। ਉਸ ਤੋਂ ਪਹਿਲਾਂ ਤੁਸੀਂ ਇਹਦੀ ਪੜ੍ਹੀ ਸੀ ਇਕੁਏਸ਼ਨ, ਉਹ ਵੀ ਸਾਰੀ ਤੁਹਾਨੂੰ ਮੇਰੇ ਖਿਆਲ ਨਾਲ ਪਤਾ ਲੱਗ ਗਈ ਹੋਣੀ। ਇਕੁਏਸ਼ਨ ਤੋਂ ਬਾਅਦ ਇਹ ਇਕੁਏਸ਼ਨ ਕਿੱਦਾਂ ਕੰਮ ਕਰਦੀ ਆ ਥਰੂ ਡਾਇਗਰਾਮ, ਇਹ ਵੀ ਪਤਾ ਲੱਗ ਗਿਆ ਹੋਣਾ। ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਣਾ ਕਿ ਸੋਲੋ ਮਾਡਲ ਕਿਹੋ ਜਿਹਾ ਇੱਕ ਮਾਡਲ ਆ ਜਿਹੜਾ ਸਮਝਣਾ ਤੇ ਲਿਖਣਾ ਕਿਉਂ ਥੋੜ੍ਹਾ ਜਿਹਾ ਟਾਈਮ ਲੱਗਦਾ। ਜ਼ਿਆਦਾ ਜਾਣੇ ਸੋਲੋ ਮਾਡਲ ਤੇ ਹੈਰੀਡੋਮਰ ਮਾਡਲ ਨੂੰ ਕਲਾਸਿਸ ਦੇ ਵਿੱਚ ਨਹੀਂ ਕਰਾਉਂਦੇ। ਉਹਦੀ ਵਜ੍ਹਾ ਤੁਹਾਨੂੰ ਸ਼ਾਇਦ ਸੁਣ ਕੇ ਪਤਾ ਲੱਗ ਗਈ ਹੋਣੀ ਹੈ, ਜੋ ਕੁਛ ਮੈਂ ਬੋਲਦਾ ਪਿਆ ਜਾਂ ਕੀ ਕੀ ਇਹਦੇ ਵਿੱਚ ਚੱਲਦਾ ਹੈ ਇਕੋਨਮੀ ਦਾ, ਇਸ ਕਰਕੇ ਇਹਨੂੰ ਕੋਈ ਜਣਾ ਬਹੁਤਾ ਕਈ ਵਾਰੀ ਪੰਗੇ ਲੈਂਦੇ ਨਹੀਂ ਇਹ ਮਾਡਲ ਦਾ। ਅੱਛਾ, ਹੁਣ ਇਹ ਤੇ ਚਲੋ ਹੋ ਗਿਆ ਸੋਲੋ ਮਾਡਲ ਦਾ ਇੱਕ ਹਿੱਸਾ ਜਿਹਦੇ ਵਿੱਚ ਤੁਸੀਂ ਪੜ੍ਹਿਆ ਸੀ ਕਿ ਸਟੇਡੀ ਸਟੇਟ ਇਕੁਇਲਿਬਰੀਅਮ ਨੂੰ ਕਿੱਦਾਂ ਸੋਲੋ ਦੇ ਅਕੋਰਡਿੰਗਲੀ ਅਚੀਵ ਕੀਤਾ ਜਾ ਸਕਦਾ, ਜਾਂ ਨਿਓ ਕਲਾਸੀਕਲ ਇਕੋਨੋਮਿਸਟ ਸੋਲੋ ਮਾਡਲ ਦੇ ਥਰੂ ਕਿਸ ਤਰ੍ਹਾਂ ਕੰਮ ਕਰਦੇ ਪਏ ਆ। ਅੱਛਾ, ਹੁਣ ਜਿਹੜਾ ਇਹ ਮਾਡਲ ਆ, ਇਸ ਮਾਡਲ ਦੇ ਵਿੱਚ ਤੁਹਾਡੀ ਜਿਹੜੀਆਂ ਜੇ ਪੇਪਰ ਦੇ ਵਿੱਚ ਇੱਥੇ ਤੱਕ ਵੀ ਤੁਸੀਂ ਲਿਖ ਆਓਗੇ ਤਾਂ ਵੀ ਇਸ ਮਾਡਲ ਨੇ ਤੁਹਾਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਕਰਨਾ, ਇਹਦੇ ਨੰਬਰ ਇੱਥੇ ਤੱਕ ਵੀ ਚੰਗੇ ਹੈ। ਪਰ ਇਸ ਮਾਡਲ ਦੇ ਵਿੱਚ ਤੁਹਾਨੂੰ ਨਾ ਦੋ ਤਿੰਨ ਚੀਜ਼ਾਂ ਹੋਰ ਹੈਗੀਆਂ। ਮੈਂ ਤੁਹਾਨੂੰ ਸ਼ਾਇਦ ਕਿਹਾ ਵੀ ਸੀ, ਸੇਵਿੰਗ ਰੇਟ, ਪਾਪੂਲੇਸ਼ਨ ਤੇ ਟੈਕਨੋਲੋਜੀ। ਇਹਨਾਂ ਦਾ ਇੰਪੈਕਟ ਇਸ ਮਾਡਲ ਦੇ ਉੱਤੇ ਕਿੱਦਾਂ ਹੁੰਦਾ ਆ, ਜਾਂ ਕਿਵੇਂ ਇਸ ਮਾਡਲ ਦੇ ਉੱਤੇ ਇਹ ਚੀਜ਼ਾਂ ਆਪਣਾ ਇਫੈਕਟ ਛੱਡਦੀਆਂ, ਇਫੈਕਟ ਕਿੱਦਾਂ ਕਰਦੀਆਂ ਇਕੋਨਮੀ ਨੂੰ। ਇਹ ਤਿੰਨ ਚੀਜ਼ਾਂ, ਸੇਵਿੰਗ, ਉਸ ਤੋਂ ਬਾਅਦ ਲੇਬਰ ਫੋਰਸ ਯਾਨੀ ਕਿ ਆਪਾਂ ਜਿਹੜੀ ਇਕੁਏਸ਼ਨ ਪੜ੍ਹਦੇ ਹਾਂ NK, ਉਹਦੀ ਗੱਲ ਕਰਦਾ, ਤੇ ਤੀਜੀ ਹੁੰਦੀ ਹੈ ਟੈਕਨੋਲੋਜੀ। ਦੇਖੋ, ਜਿਹੜੀ ਸੇਵਿੰਗ ਆ, ਹੁਣ ਤੁਸੀਂ ਫਿਰ ਅੱਜ ਆਪਾਂ ਥੋੜ੍ਹਾ ਜਿਹਾ ਚੈੱਕ ਕਰੀਏ ਕੀ ਕੀ ਹੈ। ਜਿਹੜੀ ਸੇਵਿੰਗ ਆ, ਸੇਵਿੰਗ ਨੇ ਕਿਹੜੀ ਇਕੁਏਸ਼ਨ ਨੂੰ ਫਰਕ ਪਾਉਣਾ ਵੀ? ਸੇਵਿੰਗ ਨੇ ਫਰਕ ਪਾਉਣਾ ਆ ਇਸ ਵਾਲੀ ਇਕੁਏਸ਼ਨ SY, ਇਹ ਸੇਵਿੰਗ ਨਾਲ ਅਟੈਚ ਆ। ਅੱਛਾ, ਦੂਜੇ ਨੰਬਰ ਤੇ ਤੁਹਾਡੇ ਕੋਲ ਕਿਹੜੀ ਇਕੁਏਸ਼ਨ ਆ? ਮੈਂ ਉਸ ਤੋਂ ਬਾਅਦ ਗੱਲ ਕੀਤੀ ਹੈ ਲੇਬਰ ਫੋਰਸ। ਲੇਬਰ ਫੋਰਸ ਕਿਹੜੀ ਆ? ਆਹ ਲੇਬਰ ਫੋਰਸ ਦੇ ਨਾਲ ਅਟੈਚ ਆ। ਇਹਦਾ ਮਤਲਬ NK, ਇਹਨੂੰ ਕੌਣ ਇਹ ਇਫੈਕਟ ਕੌਣ ਸ਼ੋ ਕਰੂਗਾ, ਯਾਨੀ ਕਿ ਇਹਦੇ ਨਾਲ ਕਿਹੜਾ ਇਫੈਕਟ ਸ਼ੋ ਕਰਾਂਗੇ? ਪਾਪੂਲੇਸ਼ਨ ਦਾ ਇਫੈਕਟ। ਜੇ ਪਾਪੂਲੇਸ਼ਨ ਵੱਧਦੀ ਹੈ ਤਾਂ ਕੀ ਹੋਏਗਾ? ਕਲੀਅਰ। ਤੀਜਾ ਹੈਗਾ ਟੈਕਨੋਲੋਜੀ। ਟੈਕਨੋਲੋਜੀ ਦਾ ਇਫੈਕਟ ਸ਼ੋ ਕਰਨਾ ਹੋਵੇ ਤੇ ਆਪਾਂ ਕਿਹਦੀ ਹੈਲਪ ਲੈਂਦੇ ਹਾਂ? ਪ੍ਰੋਡਕਸ਼ਨ ਫੰਕਸ਼ਨ ਦੀ। ਤੁਹਾਨੂੰ ਯਾਦ ਹੋਣਾ y = FK ਜਦੋਂ ਕੀਤਾ ਸੀ, ਉਦੋਂ ਪਹਿਲਾਂ ਆਪਾਂ ਇੱਕ ਪ੍ਰੋਡਕਸ਼ਨ ਫੰਕਸ਼ਨ ਲਿਖਿਆ ਸੀ, y = A ਫੰਕਸ਼ਨ ਆਫ ਲੇਬਰ ਐਂਡ ਕੈਪੀਟਲ। ਯਾਦ ਹੈ? ਉਹਦੇ 'ਚ ਆਪਾਂ A ਨੂੰ ਕੀ ਕਿਹਾ ਸੀ? ਟੈਕਨੋਲੋਜੀ। ਆਪਾਂ ਉਹਨੂੰ ਮੰਨਦੇ ਹਾਂ ਕੌਨਸਟੈਂਟ। ਯਾਦ ਹੈ, ਕੀਤੀ ਸੀ ਨਾ ਗੱਲ ਇਹ ਵਾਲੀ। ਇਹ ਤਿੰਨੇ ਚੀਜ਼ਾਂ, ਤਿੰਨ ਲਾਈਨਸ ਜਿਹੜੀਆਂ ਆਪਾਂ ਸ਼ੋ ਕਰਦੇ ਪਏ ਹਾਂ, ਸੇਵਿੰਗ ਨੂੰ ਆਹ ਵਾਲੀ ਲਾਈਨ ਨੂੰ ਸੇਵਿੰਗ ਹੋਊਗੀ ਤੇ ਆਹ ਵਾਲੀ ਲਾਈਨ ਹਿੱਲੂਗੀ, ਲੇਬਰ ਹੋਊਗੀ ਜਾਂ ਪਾਪੂਲੇਸ਼ਨ ਵਧੂਗੀ ਤੇ ਆਹ ਲਾਈਨ ਹਿੱਲੂਗੀ, ਜੇ ਆਹ ਹੋ ਗਈ ਟੈਕਨੋਲੋਜੀ ਤੇ ਆਹ ਤਿੰਨੇ ਲਾਈਨਾਂ। ਹੁਣ ਇਹਨਾਂ ਤਿੰਨਾਂ ਲਾਈਨਸ ਦੇ ਵਿੱਚ ਚੇਂਜ ਕਿੱਦਾਂ ਕੰਮ ਕਰਦੀ ਆ, ਉਹ ਤੁਸੀਂ ਪੜ੍ਹਨਾ ਆ। ਅੱਜ ਤੋਂ ਅੱਗੇ ਜਿਹੜਾ ਕੰਸੈਪਟ ਤੁਸੀਂ ਪੜ੍ਹਨ ਲੱਗੇ ਨਾ, ਉਹ ਇਹਦੇ ਨਾਲ ਅਟੈਚ ਹੈ। ਅੱਛਾ, ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ। ਦੇਖੋ, ਇਹਦੇ ਵਿੱਚ ਤੁਹਾਨੂੰ ਮੈਂ ਇੱਥੇ ਤੱਕ ਤੇ ਕੋਈ ਮਟੀਰੀਅਲ ਨਹੀਂ ਮਿਲਣਾ, ਇਸ ਪਾਰਟ ਤੱਕ। ਆ ਜਿਹੜੀ ਤੁਹਾਡੇ ਅੱਗੇ ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ ਹੈ, ਇਹ ਤਾਂ ਮੈਂ ਤੁਹਾਨੂੰ ਕੱਲ ਸਾਰੀ ਸਮਝਾ ਗਿਆ। ਇਹਦੀ ਤਾਂ ਤੁਹਾਨੂੰ ਕੋਈ ਲੋੜ ਬਹੁਤੀ ਪੈਣੀ ਨਹੀਂ ਆ, ਇੱਥੇ ਤੱਕ ਆਪ ਲਿਖ ਸਕਦੇ ਹੋ, ਇਸ ਡਾਇਗਰਾਮ ਨੂੰ ਐਕਸਪਲੇਨ ਕਰ ਸਕਦੇ ਹੋ। ਇਸ ਤੋਂ ਅੱਗੇ ਜਿਹੜੇ ਪਾਰਟ ਸ਼ੁਰੂ ਹੋਣੇ ਆ, ਮੈਂ ਅੱਜ ਸਿਰਫ ਸਮਝਾਣੇ ਆ, ਉਹਨਾਂ ਦਾ ਮਟੀਰੀਅਲ ਤੁਹਾਨੂੰ ਥੋੜ੍ਹੇ ਟਾਈਮ 'ਤੇ ਭੇਜੂਗਾ, ਕਿਉਂਕਿ ਮੈਨੂੰ ਬਣਾਉਣਾ ਪੈਣਾ ਉਹ ਸਾਰਾ। ਤੁਹਾਡੀਆਂ ਬੁੱਕਸ ਵਿੱਚ ਬਹੁਤ ਹੈਵੀ ਆ, ਬਹੁਤ ਜ਼ਿਆਦਾ ਹੈਵੀ। ਈਵਨ ਕਿ ਤੁਹਾਡੀਆਂ ਜੇ ਤੁਸੀਂ 4 ਬੁੱਕਸ ਪੜ੍ਹੋਗੇ ਤਾਂ ਸ਼ਾਇਦ ਇੱਕ ਬੁੱਕ ਨੇ ਐਕਸਪਲੇਨ ਕੀਤਾ ਹੋਣਾ ਆ ਸੇਵਿੰਗ ਦੇ ਵਿੱਚ ਇਨਕਰੀਜ਼, ਫਿਰ ਪਾਪੂਲੇਸ਼ਨ ਦੇ ਵਿੱਚ ਇਨਕਰੀਜ਼, ਜਾਂ ਟੈਕਨੋਲੋਜੀ ਦੇ ਵਿੱਚ ਚੇਂਜ ਹੋਣ ਨਾਲ ਕੀ ਇਫੈਕਟ ਪੈਂਦਾ ਹੈ। ਕਲੀਅਰ ਹੈ? ਹੁਣ ਸਭ ਤੋਂ ਪਹਿਲਾਂ ਆਪਾਂ ਮਾਡਲ ਪੜ੍ਹਨ ਲੱਗੇ ਹਾਂ, ਜਿਹੜੀ ਚੇਂਜ ਕਿਹਦੇ ਨਾਲ ਹੋ ਰਹੀ ਆ? ਸੇਵਿੰਗ ਦੇ ਨਾਲ। ਅੱਛਾ, ਮਾਡਲ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ, 30 ਤਰੀਕ ਨੂੰ ਤੁਹਾਨੂੰ ਲੈਕਚਰ ਮਿਲਣਾ ਨਹੀਂ ਆ। ਉਹਦੀ ਵਜ੍ਹਾ ਸ਼ੁੱਕਰਵਾਰ ਮੈਂ ਹੋਣਾ ਨਹੀਂ ਆ, ਉਹਦਾ ਲੈਕਚਰ ਤੁਹਾਡਾ ਸ਼ੁੱਕਰਵਾਰ ਵਾਲਾ ਮਿਸ ਜਾਣਾ। ਕੱਲ ਤੁਹਾਡਾ ਇਹ ਮਾਡਲ ਅੱਜ ਖਤਮ ਹੋ ਜਾਣਾ ਹੈ, ਸੋਲੋ ਮਾਡਲ ਸਾਰੇ ਦਾ ਸਾਰਾ। ਹੁਣ ਤੁਹਾਡਾ ਜਿਹੜਾ 3rd ਯੂਨਿਟ ਹੈ ਉਹ ਓਵਰਆਲ ਕੰਪਲੀਟ ਹੋ ਜਾਣਾ ਇਹਦੇ ਨਾਲ। 30 ਨੂੰ ਮੇਰਾ ਲੈਕਚਰ ਨਾ ਉਡੀਕਿਓ, 30 ਤਰੀਕ ਨੂੰ ਤੁਹਾਨੂੰ ਲੈਕਚਰ ਨਹੀਂ ਮਿਲਣਾ।
ਬਾਕੀ ਜੇ ਮਿਲਣਾ ਹੋਇਆ ਤੁਹਾਨੂੰ ਮੇਲ ਆ ਹੀ ਜਾਣੀ ਹੈ, ਜੇ ਕੋਈ ਉਹਦੇ ਵਿੱਚ ਮਟੀਰੀਅਲ ਬਣ ਗਿਆ ਤਾਂ ਮੈਂ ਉਹ ਭੇਜ ਦਾਂਗਾ, ਅਦਰਵਾਈਜ਼ ਨਹੀਂ। ਅੱਛਾ, ਉਸ ਤੋਂ ਬਾਅਦ ਤੁਹਾਡੇ ਬਾਕੀ ਕੰਸੈਪਟ ਚੱਲਦੇ ਪਏ ਹੋਣੇ ਆ ਮੇਰੇ ਖਿਆਲ ਨਾਲ, ਸਿਲੇਬਸ ਚੱਲ ਰਹੇ ਆ ਕਿ ਨਹੀਂ, ਇਕਨੋਮਿਕ ਡਿਵੈਲਪਮੈਂਟ ਦੀ ਇਸ ਤਰ੍ਹਾਂ ਸਮਝ ਆਉਂਦੀ ਪਈ ਹੈ ਕਿ ਨਹੀਂ, ਉਹ ਵੀ ਮੈਨੂੰ ਤੁਸੀਂ ਕਮੈਂਟ 'ਚ ਦੱਸ ਦਿਓ। ਜੇ ਤੁਹਾਨੂੰ ਕੋਈ ਚੇਂਜ ਕਰਨ ਦੀ ਲੋੜ ਹੈ ਤਾਂ ਮੈਂ ਉਸ ਤਰੀਕੇ ਨਾਲ ਵੀ ਕਰ ਲੂੰ। ਹਜੇ ਤੱਕ ਮੈਂ ਜ਼ੂਮ ਜਾਂ ਜੀਓ ਮੀਟ ਦੇ ਵਿੱਚ ਜਾਂਦਾ ਨਹੀਂ ਪਿਆ, ਕਿਉਂਕਿ ਜੋ ਤੁਹਾਨੂੰ ਚਾਹੀਦਾ ਆ ਸ਼ਾਇਦ ਉਹਦੇ ਲਈ ਬੋਰਡ ਯੂਜ਼ ਕਰਨਾ ਮੇਰਾ ਜ਼ਰੂਰੀ ਆ, ਅਤੇ ਬੋਰਡ ਦੇ ਉੱਤੇ ਡਾਇਗਰਾਮਸ ਜਿਹੜੀਆਂ ਬਣਾਉਣੀਆਂ ਉਹ ਇੰਨੀ ਜਲਦੀ ਪੋਸੀਬਲ ਨਹੀਂ ਹੋ ਸਕਦੀਆਂ ਕਿ ਪੌਣੇ ਘੰਟੇ 'ਚ ਮੈਂ ਡਾਇਗਰਾਮ ਤੁਹਾਨੂੰ ਬਣਾਵਾਂ ਵੀ ਅਤੇ ਉਸ ਤੋਂ ਬਾਅਦ ਉਹਦੀ ਐਕਸਪਲੇਨੇਸ਼ਨ ਆਪਾਂ ਫੇਸ ਟੂ ਫੇਸ ਕਰੀਏ। ਕਾਲਜ ਦੇ ਵਿੱਚ ਤੇ ਪ੍ਰੋਜੈਕਟਰ 'ਤੇ ਮੈਂ ਕੰਮ ਕਰ ਦਿੰਦਾ ਸੀ, ਇੱਥੇ ਥੋੜ੍ਹਾ ਜਿਹਾ ਮੈਨੂੰ ਉਹ ਵਾਲੀ ਦਿੱਕਤ ਆ ਜਾਣੀ। ਅੱਛਾ ਚਲੋ, ਫਿਲਹਾਲ ਆਪਾਂ ਕਰਨ ਲੱਗੇ ਹਾਂ ਸੇਵਿੰਗ ਫੰਕਸ਼ਨ। ਸੇਵਿੰਗ ਫੰਕਸ਼ਨ ਜੇ ਇਨਕਰੀਜ਼ ਹੋਵੇ ਤਾਂ ਕੀ ਹੁੰਦਾ? ਸਭ ਤੋਂ ਪਹਿਲਾਂ ਇੱਕ ਚੀਜ਼ ਦਿਮਾਗ 'ਚ ਮੰਨ ਲਿਓ ਕਿ ਜਿਹੜਾ ਸੇਵਿੰਗ ਫੰਕਸ਼ਨ ਆ, ਸੇਵਿੰਗ ਫੰਕਸ਼ਨ ਸਿਰਫ ਸ਼ਾਰਟ ਪੀਰੀਅਡ ਦੇ ਵਿੱਚ ਚੇਂਜ ਹੁੰਦਾ ਆ। ਲੌਂਗ ਪੀਰੀਅਡ ਦੇ ਵਿੱਚ ਸੇਵਿੰਗ ਫੰਕਸ਼ਨ ਕੋਈ ਵੀ ਇੰਪੈਕਟ ਨਹੀਂ ਕਰਦਾ ਸਟੱਡੀ ਸਟੇਟ ਗਰੋਥ ਦੇ ਉੱਪਰ। ਸਮਝ ਲੱਗੀ ਗੱਲ ਪਈ? ਸੇਵਿੰਗ ਫੰਕਸ਼ਨ ਜਾਂ ਚੇਂਜ ਇਨ ਸੇਵਿੰਗ ਰੇਟ ਸਿਰਫ ਸ਼ੋਰਟ ਰਨ ਗਰੋਥ ਹੈ ਜਿਹੜੀ ਇਕੋਨਮੀ ਦੀ, ਉਹਦੇ 'ਤੇ ਇਫੈਕਟ ਕਰਦੀ ਆ। ਲੌਂਗ ਰਨ ਦੇ ਵਿੱਚ ਸਟੱਡੀ ਸਟੇਟ ਗਰੋਥ ਦੇ ਉੱਤੇ ਕੋਈ ਵੀ ਇਫੈਕਟ ਸੇਵਿੰਗ ਰੇਟ ਦਾ ਨਹੀਂ ਪੈਂਦਾ, ਕਿਉਂਕਿ ਜਿਹੜੀ ਆਪਣੀ ਸਟੱਡੀ ਸਟੇਟ ਇਕੁਇਲਿਬਰੀਅਮ ਪਾਥ NK ਉਹ ਉਹੀ ਰਹਿੰਦਾ ਹੁੰਦਾ ਹਮੇਸ਼ਾ। ਕਲੀਅਰ? ਹੁਣ ਸ਼ਾਰਟ ਪੀਰੀਅਡ ਦੇ ਵਿੱਚ ਸਪੋਜ਼ ਕਰੋ, ਸ਼ਾਰਟ ਪੀਰੀਅਡ ਦੇ ਵਿੱਚ ਆਪਾਂ ਸੇਵਿੰਗ ਫੰਕਸ਼ਨ ਵੱਧ ਗਿਆ, ਜਾਂ ਪਹਿਲਾਂ ਤੁਹਾਨੂੰ ਮੈਂ ਇੱਕ ਦੱਸ ਦੇਵਾਂ ਜਰਾ, ਉਹ ਐਕਸ ਐਕਸਿਸ 'ਤੇ ਉਹੀ ਕੈਪੀਟਲ ਪਰ ਹੈਡ ਆ, ਵਾਈ ਐਕਸਿਸ 'ਤੇ ਆਊਟਪੁੱਟ ਪਰ ਹੈਡ ਆ। ਹੁਣ ਤੁਹਾਡੇ ਕੋਲ ਐਕਚੁਅਲ ਪ੍ਰੋਡਕਸ਼ਨ ਫੰਕਸ਼ਨ ਕਿਹੜਾ? y ਇਜ਼ ਇਕੁਅਲ ਟੂ FK। y ਇਜ਼ ਇਕੁਅਲ ਟੂ FK ਪ੍ਰੋਡਕਸ਼ਨ ਫੰਕਸ਼ਨ ਹੈ। ਹੁਣ ਜਦੋਂ ਇਹ ਅੱਛਾ, ਉਸ ਤੋਂ ਬਾਅਦ ਆਪਣੇ ਕੋਲ ਜਿਹੜੀ ਐਕਚੁਅਲ ਸੇਵਿੰਗ ਆ, ਜਿਹੜੀ ਇਨੀਸ਼ੀਅਲ ਸੇਵਿੰਗ ਰੇਟ ਆ, ਉਹਦੇ ਅਕੋਰਡਿੰਗਲੀ ਆਪਣੀ ਜਿਹੜੀ ਆਹ ਸੇਵਿੰਗ ਕਰਵ ਆ SY, ਅਤੇ ਆਪਣੀ ਜਿਹੜੀ ਰਿਕੁਆਇਰਡ ਇਨਵੈਸਟਮੈਂਟ ਦਾ ਪਾਥ ਯਾਨੀ ਕਿ ਜਿਹੜੀ ਆ NK ਆ, ਉਹ ਕੀ ਆ? ਰਿਕੁਆਇਰਡ ਇਨਵੈਸਟਮੈਂਟ ਟੂ ਟੇਕ ਦਾ ਇਕੋਨਮੀ ਔਨ ਸਟੱਡੀ ਸਟੇਟ ਇਕੁਇਲਿਬਰੀਅਮ। ਆਹ ਵਾਲੀ ਪਾਥ ਦੇ ਉੱਤੇ ਰਹੋਗੇ ਤੇ ਤੁਹਾਡੀ ਸਟੱਡੀ ਸਟੇਟ ਇਕੁਇਲਿਬਰੀਅਮ ਤੁਹਾਨੂੰ ਮਿਲਦਾ ਰਹੇਗਾ। ਹੁਣ ਜਿਹੜੀ SY ਆ ਇਨੀਸ਼ੀਅਲੀ ਤੇ NK ਆਪਸ 'ਚ ਇੰਟਰਸੈਕਟ ਕਿਹੜੀ ਜਗ੍ਹਾ ਤੇ ਕਰਦੇ ਪਏ ਆ? T0 ਤੇ। ਜਦੋਂ T0 ਤੇ ਇੰਟਰਸੈਕਟ ਕੀਤਾ, ਉੱਥੇ ਇਨਕਮ ਪਰ ਹੈਡ ਆਪਾਂ ਨੂੰ ਇਕੋਨਮੀ ਦੇ ਵਿੱਚ ਪ੍ਰੋਡਕਸ਼ਨ ਫੰਕਸ਼ਨ ਨੇ ਜਿਹੜੀ ਆਊਟਪੁੱਟ ਦਿੱਤੀ ਆ ਜਾਂ ਇਨਕਮ ਦਿੱਤੀ ਉਹ ਕਿੰਨੀ ਆ? Y ਸਟਾਰ। ਤੇ ਉਸ ਵੇਲੇ ਇੱਕ ਲੇਬਰ ਦੇ ਉੱਤੇ ਕਿੰਨੀ ਕੈਪੀਟਲ ਆਪਾਂ ਲਗਾ ਰਹੇ ਹਾਂ? K ਸਟਾਰ। ਯਾਨੀ ਕਿ ਇੱਕ ਲੇਬਰ ਦੇ ਉੱਤੇ K ਸਟਾਰ ਲਗਾਉਣ ਦੇ ਨਾਲ ਆਪਾਂ ਨੂੰ ਇਕੋਨਮੀ ਦੇ ਵਿੱਚ ਇਨਕਮ ਆਊਟਪੁੱਟ ਜਾਂ ਇਨਕਮ ਪਰ ਹੈਡ ਜਾਂ ਆਊਟਪੁੱਟ ਪਰ ਹੈਡ ਕਿੰਨੀ ਮਿਲਦੀ ਪਈ ਆ? Y ਸਟਾਰ। ਕਿਉਂ? ਕਿਉਂਕਿ ਉਸ ਵੇਲੇ T0 ਦੇ ਉੱਤੇ ਆਪਾਂ ਕਿਹੜੇ ਇਕੁਇਲਿਬਰੀਅਮ ਤੇ ਆ? ਸਟੱਡੀ ਸਟੇਟ ਇਕੁਇਲਿਬਰੀਅਮ ਪਾਥ ਦੇ ਉੱਤੇ ਪਹੁੰਚ ਗਏ। ਕਲੀਅਰ ਆ? ਸਮਝ ਲੱਗ ਗਈ ਵੀ? ਉਸ ਤੋਂ ਬਾਅਦ ਤੁਹਾਡੇ ਕੋਲ ਆ ਗਿਆ, ਇਹ ਹੈਗਾ ਆ S-Y। ਇਹਦਾ ਮਤਲਬ ਕੀ ਆ? ਇਕੋਨਮੀ ਦੇ ਵਿੱਚ ਕਹਿੰਦਾ ਸਪੋਜ਼ ਕਰੋ ਆਪਾਂ ਵੈਸੇ ਤੇ 100 ਰੁਪਏ ਦੇ ਵਿੱਚੋਂ 10 ਰੁਪਏ ਬਚਾਉਂਦੇ ਪਏ ਆ, ਪਰ ਲੋਕਾਂ ਨੇ ਕਿਸੇ ਕਾਰਨ ਕਰਕੇ ਜ਼ਿਆਦਾ ਬਚਾਉਣਾ ਸ਼ੁਰੂ ਕਰਤਾ। ਜ਼ਿਆਦਾ ਬਚਾਉਣ ਦਾ ਮਤਲਬ ਉਹਨਾਂ ਨੇ 100 ਰੁਪਏ ਦੇ ਵਿੱਚੋਂ 20 ਰੁਪਏ ਬਚਾਉਣੇ ਸ਼ੁਰੂ ਕਰਤੇ। ਜਦੋਂ 100 ਰੁਪਏ ਦੇ ਵਿੱਚੋਂ 20 ਰੁਪਏ ਬਚਾਉਣੇ ਸ਼ੁਰੂ ਕੀਤੇ, ਤੇ ਜਿਹੜਾ ਪਹਿਲਾ ਇਕੁਇਲਿਬਰੀਅਮ, ਆਹ ਵਾਲੀ ਜਿਹੜੀ ਪਹਿਲੀ ਆਪਣੀ ਹੈਗੀ ਆ ਸੇਵਿੰਗ ਫੰਕਸ਼ਨ ਵਾਲੀ ਲਾਈਨ, ਉਹ ਲਾਈਨ ਚੇਂਜ ਹੋ ਕੇ ਕਿੱਥੇ ਚਲ ਗਈ? ਮੂਵ ਕਰ ਗਈ ਉੱਪਰ ਨੂੰ, ਕਿਉਂਕਿ ਆਪਾਂ ਪਹਿਲਾਂ ਨਾਲੋਂ ਜ਼ਿਆਦਾ ਬਚਾਉਣ ਲੱਗ ਪਏ। ਸੇਵਿੰਗ ਰੇਟ ਹਾਇਰ ਹੋਣ ਦੇ ਨਾਲ ਆਪਾਂ ਇਸ ਲਾਈਨ ਤੇ ਪਹੁੰਚ ਗਏ ਜਿਹਨੂੰ ਆਪਾਂ ਕਹਿੰਦੇ ਆ ਡੋਟਡ ਲਾਈਨ S-Y। ਹੁਣ ਸੇਵਿੰਗ ਰੇਟ ਇਨਕਰੀਜ਼ ਕਰ ਗਿਆ। ਸੇਵਿੰਗ ਰੇਟ ਇਨਕਰੀਜ਼ ਕਰਨ ਦੇ ਨਾਲ ਤੁਹਾਡੇ ਕੋਲ ਕੀ ਤੁਹਾਨੂੰ ਮਿਲਿਆ? ਸੇਵਿੰਗ ਰੇਟ ਇਨਕਰੀਜ਼ ਕਰ ਗਿਆ, ਜਿਹਦੇ ਨਾਲ ਇਹ ਕੱਟ ਕੀਤਾ T1 ਦੇ ਉੱਤੇ। ਕਿਹਨੂੰ? ਇਹ ਰਿਕੁਆਇਰਡ ਇਨਵੈਸਟਮੈਂਟ ਨੂੰ। ਹੁਣ ਐਕਚੁਅਲ ਇਨਵੈਸਟਮੈਂਟ ਹੈਗੀ ਆ S-Y, ਰਿਕੁਆਇਰਡ ਇਨਵੈਸਟਮੈਂਟ ਹੈਗੀ ਆ NK, ਇਹ ਦੋਨੇ ਆਪਸ ਇੰਟਰਸੈਕਟ ਕੀਤਾ T1 ਤੇ। ਜਦੋਂ T1 ਤੇ ਇੰਟਰਸੈਕਟ ਕੀਤਾ, ਉਸ ਜਗ੍ਹਾ ਤੇ ਆਪਾਂ ਨੂੰ ਕੀ ਮਿਲਿਆ? ਫਿਰ ਇਕੁਇਲਿਬਰੀਅਮ ਮਿਲਿਆ, ਜਿਹਦੇ ਵਿੱਚ ਹੁਣ ਕੈਪੀਟਲ ਪਰ ਹੈਡ ਕਿੰਨੀ ਲੱਗਣੀ ਸ਼ੁਰੂ ਹੋ ਗਈ ਆ? K ਡਬਲ ਸਟਾਰ। ਤੇ ਆਊਟਪੁੱਟ ਕਿੰਨੀ ਮਿਲਣੀ ਸ਼ੁਰੂ ਹੋ ਗਈ ਆ? Y ਡਬਲ ਸਟਾਰ। ਇਹਦਾ ਮਤਲਬ ਹੁਣ ਜਦੋਂ ਸੇਵਿੰਗ ਫੰਕਸ਼ਨ ਜਾਂ ਸੇਵਿੰਗ ਇਨਕਰੀਜ਼ ਕਰਦਾ ਆ, ਉਸ ਟਾਈਮ ਦੇ ਉੱਤੇ ਇਕੋਨਮੀ ਦੇ ਵਿੱਚ ਜਿਹੜਾ ਇਨਕਮ ਪਰ ਹੈਡ ਆ ਉਹ ਇਨਕਰੀਜ਼ ਹੋ ਜਾਂਦੀ ਹੈ। ਇਹ ਤੁਹਾਡਾ ਲੈਵਲ ਜਿਹੜਾ T0 ਤੋਂ ਆਪਾਂ ਕਿੱਥੇ ਪਹੁੰਚ ਗਏ ਆ? T1 ਦੇ ਉੱਤੇ। ਕਲੀਅਰ ਆ? ਹੁਣ ਇਹਦਾ ਮਤਲਬ ਤੁਹਾਨੂੰ ਜਿਹੜੀ ਚੀਜ਼ ਮਿਲੀ ਆ ਉਹ ਮਿਲੀ ਆ
ਇਸ ਜਗ੍ਹਾ ਤੋਂ ਇਸ ਜਗ੍ਹਾ ਤੇ ਇਕਨੋਮੀ ਮੂਵ ਕਰ ਗਈ ਹੈ। ਕਿਹੜੀ ਜਗ੍ਹਾ ਤੋਂ T0 ਤੋਂ T1 ਇਕਨੋਮੀ ਆਪਣੀ ਰਾਈਜ਼ ਕਰ ਗਈ ਆ। ਆਪਾਂ ਪਹਿਲਾਂ ਇਸ ਜਗ੍ਹਾ ਤੇ ਸੀ, ਹੁਣ ਆਪਾਂ ਇਸ ਜਗ੍ਹਾ ਤੇ ਹਾਂ। ਇਹਦਾ ਮਤਲਬ ਸਟੱਡੀ ਸਟੇਟ ਇਕੁਇਲਿਬਰੀਅਮ ਦੇ ਵਿੱਚ ਨਵਾਂ ਸਟੱਡੀ ਸਟੇਟ ਇਕੁਇਲਿਬਰੀਅਮ ਪਾਥ ਦੇ ਉੱਪਰ ਆਪਾਂ ਨੂੰ ਨਵਾਂ ਇਕੁਇਲਿਬਰੀਅਮ ਮਿਲਿਆ, ਜਿਹੜਾ ਪਹਿਲਾਂ T0 ਤੇ ਸੀ, ਹੁਣ ਉਹ ਕਿਹੜਾ ਮਿਲ ਗਿਆ T1 ਦੇ ਉੱਪਰ। ਪਹਿਲਾਂ ਇਨਕਮ ਜਾਂ ਆਊਟਪੁੱਟ ਪਰ ਹੈਡ ਆਪਾਂ ਨੂੰ ਕਿੰਨੀ ਮਿਲਦੀ ਪਈ ਸੀ Y ਸਟਾਰ, ਹੁਣ ਆਪਾਂ ਨੂੰ ਕਿੰਨੀ ਮਿਲਣੀ ਸ਼ੁਰੂ ਹੋ ਗਈ Y ਡਬਲ ਸਟਾਰ। ਸਮਝ ਲੱਗੀ ਬਈ? ਇਹ ਤੁਹਾਡਾ ਜਿਹੜਾ ਹੈਗਾ ਸੀ ਇਹ ਕਿਹਨੂੰ ਰਿਪਰੈਜ਼ੈਂਟ ਕਰਦਾ ਸੇਵਿੰਗ ਰੇਟ ਨੂੰ। ਪਰ ਹੁਣ ਸੇਵਿੰਗ ਰੇਟ ਦੇ ਉੱਤੇ ਵੀ ਇੱਕ ਚੀਜ਼ ਦਾ ਯਾਦ ਰੱਖਿਓ, ਇਹ ਸਾਰਾ T0 ਤੋਂ T1 ਤੇ ਪਹੁੰਚੇ ਆਪਾਂ। T0 ਤੋਂ T1 ਪਹੁੰਚਣ ਦਾ ਮਤਲਬ ਆ ਕਿ ਤੁਹਾਨੂੰ ਇਹ ਜਿਹੜੀ ਇਨਕਰੀਜ਼ ਜਾਂ ਗਰੋਥ ਰੇਟ ਮਿਲੀ ਆ ਇਕਨੋਮੀ ਦੇ ਵਿੱਚ ਸਟੱਡੀ ਸਟੇਟ ਇਕੁਇਲਿਬਰੀਅਮ ਦੇ ਉੱਪਰ, ਇਹ ਮਿਲੀ ਸਿਰਫ ਸ਼ਾਰਟ ਪੀਰੀਅਡ ਲਈ ਆ, ਕਿਉਂਕਿ ਜਿਹੜਾ SY ਤੋਂ S-Y ਹੈ ਸਿਰਫ ਸ਼ਾਰਟ ਪੀਰੀਅਡ ਹੈ। ਲੌਂਗ ਪੀਰੀਅਡ ਦੇ ਵਿੱਚ SY ਤੋਂ S-Y ਦਾ ਕੋਈ ਵੀ ਇੰਪੈਕਟ ਨਹੀਂ ਹੁੰਦਾ। ਇਹ ਇੱਕ ਨੋਟ ਕਰ ਲਿਓ ਗੱਲ ਨੂੰ। ਸੇਵਿੰਗ ਫੰਕਸ਼ਨ ਸਿਰਫ ਸ਼ਾਰਟ ਪੀਰੀਅਡ ਦੇ ਵਿੱਚ ਇਨਕਰੀਜ਼ ਸ਼ੋ ਕਰਦਾ, ਲੌਂਗ ਪੀਰੀਅਡ ਦੇ ਵਿੱਚ ਸੇਵਿੰਗ ਫੰਕਸ਼ਨ ਕੋਈ ਵੀ ਆਪਾਂ ਨੂੰ ਹਲਚਲ ਨਹੀਂ ਕਰੂਗਾ। ਇਹਦਾ ਕੋਈ ਵੀ ਇਫੈਕਟ ਇਕਨੋਮੀ ਦੀ ਗਰੋਥ ਰੇਟ ਦੇ ਉੱਤੇ ਨਹੀਂ ਪੈਂਦਾ। ਕਲੀਅਰ ਹੈ? ਇਹ ਤੁਹਾਡਾ ਹੈਗਾ ਸੀ ਇੰਪੈਕਟ ਆਫ ਇਨਕਰੀਜ਼ ਇਨ ਸੇਵਿੰਗ ਰੇਟ। ਕਲੀਅਰ ਹੈ? ਹੁਣ ਆਪਾਂ ਕਰਦੇ ਹਾਂ ਦੂਜੀ ਡਾਇਗਰਾਮ। ਹਾਂਜੀ, ਹੁਣ ਤੁਹਾਡੇ ਕੋਲ ਆ ਗਿਆ ਅਗਲਾ ਇਫੈਕਟ, ਉਹ ਹੈਗਾ ਆ ਤੁਹਾਡੇ ਕੋਲ ਗਰੋਥ ਰੇਟ ਜਾਂ ਪਾਪੂਲੇਸ਼ਨ ਗਰੋਥ ਦਾ ਕੀ ਇਫੈਕਟ ਪੈਂਦਾ ਆ ਆਪਣੇ ਸਟੱਡੀ ਸਟੇਟ ਪਾਥ ਦੇ ਉੱਤੇ। ਪਾਪੂਲੇਸ਼ਨ ਦਾ ਇਫੈਕਟ ਦਾ ਮਤਲਬ ਹੁੰਦਾ ਆ ਲੇਬਰ ਫੋਰਸ। ਲੇਬਰ ਫੋਰਸ ਦਾ ਇਹਦੇ ਚ ਇੰਡੀਕੇਸ਼ਨ ਕੌਣ ਕਰਦਾ ਆ? N ਦਾ ਮਤਲਬ ਹੁੰਦਾ ਹੈ ਪਾਪੂਲੇਸ਼ਨ ਗਰੋਥ ਰੇਟ ਜਾਂ ਲੇਬਰ ਫੋਰਸ ਦੀ ਗਰੋਥ ਰੇਟ। ਡੈਲਟਾ L ਓਵਰ L ਯਾਦ ਹੋਣਾ, ਡੈਲਟਾ K ਓਵਰ K ਨੂੰ ਆਪਾਂ ਪੁੱਟ ਕਰਦੇ ਹੁੰਦੇ ਸੀ ਡੈਲਟਾ L ਓਵਰ L, ਉਹਦੀ ਜਗ੍ਹਾ ਤੇ ਕੀ ਆ ਜਾਂਦਾ ਹੁੰਦਾ ਸੀ NK। ਹੁਣ ਇਨੀਸ਼ੀਅਲੀ ਆਪਣੇ ਕੋਲ ਕੀ ਆ ਗਿਆ ਤੁਹਾਡੇ ਕੋਲ, ਉਹੀ SY NK ਤੇ FK। ਆ ਇਨੀਸ਼ੀਅਲ ਲਾਈਨ ਆ ਜਿਹੜੀ ਤੁਹਾਡੀ NK ਹੈ। ਹੁਣ ਇਸ ਜਗ੍ਹਾ ਦੇ ਉੱਤੇ ਜੇ ਤੁਸੀਂ ਧਿਆਨ ਦਿਓ, ਆਪਣਾ ਜਿਹੜਾ SY ਆ ਉਹ NK ਨੂੰ ਕੱਟ ਕਿਹੜੀ ਜਗ੍ਹਾ ਤੇ ਕਰ ਰਿਹਾ ਆ ਵੀ NK SY ਨੂੰ ਕੱਟ ਕਿਹੜੀ ਜਗ੍ਹਾ ਤੇ ਕਰ ਰਿਹਾ ਹੈ? ਇਸ ਜਗ੍ਹਾ ਦੇ ਉੱਤੇ। ਕਲੀਅਰ ਹੈ? ਯਾਨੀ ਕਿ T ਦੇ ਉੱਪਰ। ਜਦੋਂ T ਦੇ ਉੱਪਰ ਕੱਟ ਕਰੂਗਾ ਇਸ ਜਗ੍ਹਾ ਦੇ ਉੱਤੇ ਕੈਪੀਟਲ ਪਰ ਹੈਡ ਕਿੰਨੀ ਯੂਜ਼ ਹੋ ਰਹੀ ਆ? ਦੇਖੋ K ਸਟਾਰ, ਤੇ ਜਦੋਂ K ਸਟਾਰ ਕੈਪੀਟਲ ਯੂਜ਼ ਹੋਈ ਉਸ ਜਗ੍ਹਾ ਦੇ ਉੱਤੇ ਆਪਣਾ ਜਿਹੜਾ ਇਨਕਮ ਪਰ ਹੈਡ ਆ ਉਹ ਕਿੰਨੀ ਆ ਗਈ? Y1 ਸਟਾਰ, ਕਿਉਂਕਿ ਇਹ ਲਾਈਨ ਉੱਪਰ ਜਾ ਕੇ ਟੱਚ ਇਸ ਜਗ੍ਹਾ ਤੇ ਕੀਤੀ ਹੈ। ਕਲੀਅਰ ਆ? ਸਮਝ ਗਏ ਬਈ? ਪ੍ਰੋਡਕਸ਼ਨ ਫੰਕਸ਼ਨ y is equal to fk ਦੇ ਉੱਤੇ ਜਿਹੜੀ nk ਵਾਲੀ ਲਾਈਨ ਆ, ਕਿਉਂਕਿ sy ਨੂੰ ਇੰਟਰਸੈਕਟ ਇਸ ਜਗ੍ਹਾ ਤੇ ਕੀਤੀ ਆ, ਇਸ ਜਗ੍ਹਾ ਤੇ ਆਊਟ ਜਿਹੜੀ ਕੈਪੀਟਲ ਹੈ ਇੱਕ ਲੇਬਰ ਦੇ ਉੱਤੇ ਲੱਗ ਰਹੀ, ਉਹ ਕਿੰਨੀ ਲੱਗਦੀ ਪਈ ਆ? k1 ਸਟਾਰ। ਤੇ ਉਸ ਜਗ੍ਹਾ ਤੇ ਇੰਨੀ ਕੈਪੀਟਲ ਲਗਾਉਣ ਦੇ ਨਾਲ ਇੱਕ ਲੇਬਰ ਦੇ ਉੱਪਰ ਆਪਾਂ ਨੂੰ ਕਿੰਨੀ ਇਨਕਮ ਮਿਲਦੀ ਪਈ ਆ ਜਾਂ ਆਊਟਪੁੱਟ ਕਿੰਨੀ ਹਾਸਲ ਹੁੰਦੀ ਪਈ ਆ? y1 ਸਟਾਰ। ਇੱਥੇ ਤੱਕ ਸਮਝ ਲੱਗ ਗਿਆ? ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਂਦਾ ਆ ਲੈਵਲ ਨੰਬਰ 2। ਲੈਵਲ ਨੰਬਰ 2 ਦੇ ਵਿੱਚ ਕੀ ਆ? ਪਾਪੂਲੇਸ਼ਨ ਇਨਕਰੀਜ਼ ਕਰ ਗਈ, ਲੇਬਰ ਫੋਰਸ ਇਨਕਰੀਜ਼ ਕਰ ਗਈ। ਲੇਬਰ ਫੋਰਸ ਵਧੂਗੀ ਤੇ ਤੁਹਾਡੇ ਕੋਲ ਨਵਾਂ ਜਿਹੜਾ NK ਵਾਲਾ ਲੈਵਲ ਆ ਉਹ ਕਿਹੜਾ ਆ ਗਿਆ ਆ? NK1। ਕਲੀਅਰ ਆ? NK1 ਆਉਣ ਦੇ ਨਾਲ ਆ ਜਿਹੜੀ ਲਾਈਨ ਆ NK ਉਹ ਇਨਕਰੀਜ਼ ਕਰਕੇ ਚੱਲ ਗਈ NK1 ਦੇ ਉੱਤੇ। ਹੁਣ NK ਜਿਹੜੀ ਆ ਇਹ ਜਦੋਂ ਵਧੀ ਆ, ਇਹਨੇ ਇਕੁਇਲਿਬਰੀਅਮ ਕਿਹੜੀ ਜਗ੍ਹਾ ਤੇ ਦਿੱਤਾ ਬਈ? ਇਸ ਜਗ੍ਹਾ ਤੇ T ਡੈਸ਼ ਦੇ ਉੱਤੇ। NK1 ਨੇ ਆ T ਡੈਸ਼ ਆ, ਧਿਆਨ ਰੱਖਿਓ ਇਹ T ਆ ਕੱਲਾ, ਉਹ ਡੈਸ਼ ਆ ਨਾਲ ਪਈ, ਜੇ ਨਹੀਂ ਕਲੀਅਰ ਤੇ ਉਹਨੂੰ ਹੱਥ ਨਾਲ ਜਾਂ ਤੁਸੀਂ ਚੈੱਕ ਕਰ ਲਿਓ, ਇਹ T ਡੈਸ਼ ਆ। ਕਲੀਅਰ ਹੈ? ਇਸ ਚੀਜ਼ ਨੂੰ ਯਾਦ ਰੱਖਿਓ, T ਡੈਸ਼। ਅੱਛਾ, ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਇਸ ਜਗ੍ਹਾ ਦੇ ਉੱਤੇ ਇਕੁਇਲਿਬਰੀਅਮ ਆ ਗਿਆ। ਇਕੁਇਲਿਬਰੀਅਮ ਆਇਆ, ਇਹਦਾ ਮਤਲਬ ਹੁਣ ਜਿਹੜੀ ਆਪਣੇ ਕੋਲ
ਕੈਪੀਟਲ ਪਰ ਹੈਡ ਆ ਉਹ ਕਿੰਨੀ ਯੂਜ਼ ਹੋ ਰਹੀ ਆ K2 ਸਟਾਰ। ਇੱਕ ਬੰਦੇ ਦੇ ਉੱਤੇ ਕਿੰਨੀ ਕੈਪੀਟਲ ਲਾ ਰਹੇ ਆ K2 ਸਟਾਰ, ਤੇ ਉਹ ਉੱਥੇ ਆਪਾਂ ਨੂੰ ਇਨਕਮ ਕਿੰਨੀ ਮਿਲਦੀ ਪਈ ਆ ਬਈ, ਉਹ ਮਿਲਦੀ ਪਈ ਆ ਤੁਹਾਨੂੰ Y2 ਸਟਾਰ। ਹੁਣ ਜੇ ਤੁਸੀਂ ਥੋੜਾ ਜਿਹਾ ਗੌਰ ਕਰੋ, ਇਹਦਾ ਮਤਲਬ ਜਦੋਂ ਲੇਬਰ ਫੋਰਸ ਇਨਕਰੀਜ਼ ਕੀਤੀ, ਆਪਣਾ ਜਿਹੜਾ ਪਾਪੂਲੇਸ਼ਨ ਜਾਂ ਕੀ ਕਹਿੰਦੇ ਸਟੱਡੀ ਸਟੇਟ ਇਕੁਇਲਿਬਰੀਅਮ ਆ, ਉਹ ਪਹਿਲਾਂ T ਤੇ ਸੀ, ਹੁਣ ਕਿੱਥੇ ਆ ਗਿਆ T ਡੈਸ਼ ਤੇ। ਪਹਿਲਾਂ ਕੈਪੀਟਲ ਪਰ ਹੈਡ ਯੂਜ਼ ਹੁੰਦੀ ਸੀ K1 ਸਟਾਰ, ਹੁਣ ਕੈਪੀਟਲ ਪਰ ਹੈਡ ਯੂਜ਼ ਹੋ ਰਹੀ ਆ K2 ਸਟਾਰ, ਘਟ ਗਈ। ਪਹਿਲਾਂ ਆਪਾਂ ਇਸ ਤੋਂ ਅਗਲੇ ਲੈਵਲ ਤੇ ਸੀ, ਹੁਣ ਉਸ ਤੋਂ ਡਾਊਨ ਲੈਵਲ ਤੇ ਆ ਗਏ। ਕਲੀਅਰ ਆ? ਇਹ ਕਿਉਂ ਹੋਇਆ? ਦੇਖੋ ਜਦੋਂ ਤੁਹਾਡੀ ਪਾਪੂਲੇਸ਼ਨ ਵਧੀ, ਜਿਹੜਾ ਪੈਸਾ, ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ, ਆਪਣੇ ਕੋਲ ਸੇਵਿੰਗ ਓਨੀ ਦੀ ਓਨੀ ਆ, ਯਾਨੀ ਕਿ ਇਨਵੈਸਟਮੈਂਟ ਆ ਜਿਹੜੀ ਐਕਚੁਅਲ ਆ ਉਹ ਚੇਂਜ ਨਹੀਂ ਹੋ ਰਹੀ। ਉਹ ਚੇਂਜ ਕਿਉਂ ਨਹੀਂ ਹੋ ਰਹੀ? ਉਹ ਇੱਕੋ ਹੀ ਆ ਜਿਹਨੂੰ ਆਪਾਂ SY ਕਹਿੰਦੇ ਪਏ ਆ। ਜਿਹੜੀ ਕੈਪੀਟਲ ਆ ਤੁਹਾਡੀ ਉਹ ਚੇਂਜ ਨਹੀਂ ਹੋਈ। ਉਹ ਕਿੰਨੀ ਆ ਆਪਣੇ ਕੋਲ? ਆ ਦੇਖੋ, ਇਹੀ ਆ ਆਪਣੇ ਕੋਲ। ਇਹ ਕੀ ਆਪਣੇ ਕੋਲ? ਸੇਵਿੰਗ ਫੰਕਸ਼ਨ। ਸੇਵਿੰਗ ਫੰਕਸ਼ਨ ਦਾ ਮਤਲਬ ਆ ਇਹ ਕੀ ਸ਼ੋ ਕਰਦਾ ਆ ਆਪਣੇ ਨੂੰ? ਇਨਵੈਸਟਮੈਂਟ। ਕਲੀਅਰ ਹੈ? ਹੁਣ ਇਨਵੈਸਟਮੈਂਟ ਤੁਹਾਡੀ ਚੇਂਜ ਹੀ ਨਹੀਂ ਹੋਈ। ਜੇ ਇਨਵੈਸਟਮੈਂਟ ਚੇਂਜ ਨਹੀਂ ਹੋਈ, ਇਹਦਾ ਮਤਲਬ ਆਪਣੇ ਕੋਲ ਜਿਹੜਾ ਪੈਸਾ ਲਗਾਉਣ ਵਾਲਾ ਐਕਚੁਅਲ ਉਹ ਉਨੇ ਦਾ ਉਨਾ ਹੀ। ਹੁਣ ਜੇ ਪੈਸਾ ਉਨੇ ਦਾ ਉਨਾ ਹੀ ਆ, ਇਹਦਾ ਮਤਲਬ ਇਹ ਹੋਇਆ ਕਿ ਤੁਹਾਡੇ ਕੋਲ ਪਹਿਲਾਂ ਵੀ 100 ਰੁਪਈਆ ਹੀ ਸੀ ਇਨਵੈਸਟਮੈਂਟ ਕਰਨ ਲਈ, ਹੁਣ ਵੀ 100 ਰੁਪਈਆ ਹੀ ਆ। ਪਹਿਲਾਂ 100 ਰੁਪਈਏ ਦੇ ਵਿੱਚ ਆਪਾਂ ਲੇਬਰ ਘੱਟ ਸੀ, ਯਾਨੀ ਕਿ ਲੇਬਰ ਫੋਰਸ ਪਹਿਲਾਂ NK ਸੀ, ਹੁਣ ਕਿੰਨੀ ਹੋ ਗਈ NK1। ਲੇਬਰ ਫੋਰਸ ਘੱਟ ਹੋਣ ਕਰਕੇ, ਸਪੋਜ਼ ਕਰੋ ਪਹਿਲਾਂ ਆਪਾਂ 10 ਬੰਦਿਆਂ ਦੇ ਉੱਤੇ 100 ਰੁਪਈਆ ਖਰਚ ਕਰਦੇ ਸੀ। 10 ਬੰਦਿਆਂ ਦੇ ਉੱਤੇ 100 ਰੁਪਈਆ ਖਰਚ ਕਰਨ ਦਾ ਮਤਲਬ ਹਰ ਇੱਕ ਦੇ ਕਿੰਨੇ ਆਏ? 10 ਰੁਪਏ। ਹੁਣ ਆਪਣੀ ਲੇਬਰ ਫੋਰਸ ਇਨਕਰੀਜ਼ ਕਰ ਗਈ। ਲੇਬਰ ਫੋਰਸ ਇਨਕਰੀਜ਼ ਕਰਨ ਦਾ ਮਤਲਬ ਆਪਾਂ NK ਤੋਂ NK1 ਤੇ ਪਹੁੰਚ ਗਏ। ਜਦੋਂ ਇੱਥੇ ਪਹੁੰਚੇ ਆ, ਇਹਦਾ ਮਤਲਬ ਹੁਣ ਆਪਣੇ ਕੋਲ 10 ਦੀ ਜਗ੍ਹਾ ਤੇ ਬੰਦੇ ਕਿੰਨੇ ਹੋ ਗਏ? 20 ਰੁਪਈਏ। ਕਿੰਨੇ ਆ ਲਗਾਉਣ ਲਈ? 100 ਰੁਪਈਆ। ਹੁਣ 20 ਬੰਦਿਆਂ ਦੇ ਵਿੱਚ 100 ਰੁਪਈਆ ਲਗਾਓਗੇ ਤੇ ਕਿੰਨੇ ਕਿੰਨੇ ਆਏ ਹਿੱਸੇ? 5 ਰੁਪਈਏ। ਪਹਿਲਾਂ ਕਿੰਨੇ ਕਿੰਨੇ ਸੀ? 10 ਰੁਪਈਏ। ਹੁਣ ਇਹਦਾ ਮਤਲਬ ਹਰ ਬੰਦੇ ਦੇ ਉੱਤੇ ਪਹਿਲਾਂ ਤੁਸੀਂ 10 ਰੁਪਈਏ ਲਗਾਉਂਦੇ ਸੀ ਪਰ ਹੈਡ, ਹੁਣ ਕਿੰਨੇ ਲਾਉਂਦੇ ਪਏ ਹੋ? 5 ਰੁਪਏ ਪਰ ਹੈਡ। ਜਦੋਂ 10 ਰੁਪਏ ਲਗਾਉਂਦੇ ਸੀ ਉਦੋਂ ਨੈਚੁਰਲੀ ਆਪਣੇ ਕੋਲ ਆਊਟਪੁੱਟ ਵੀ 10 ਦੇ ਹਿਸਾਬ ਨਾਲ ਜ਼ਿਆਦਾ ਮਿਲਦੀ ਪਈ ਸੀ। ਹੁਣ 5 ਰੁਪਏ ਤੁਸੀਂ ਲਗਾਉਂਦੇ ਪਏ ਹੋ, ਅਗਲੇ ਕਹਿੰਦੇ ਅਸੀਂ ਵੀ 5 ਰੁਪਏ ਦੇ ਹਿਸਾਬ ਨਾਲ ਹੀ ਕੰਮ ਕਰਨਾ, ਉਹਨਾਂ ਨੇ ਆਊਟਪੁੱਟ ਵੀ ਘਟਾਤੀ, ਕਿਉਂਕਿ ਆਊਟਪੁੱਟ ਪਰ ਹੈਡ ਦਾ ਇਨਕਮ ਕੈਪੀਟਲ ਪਰ ਹੈਡ ਦੇ ਨਾਲ ਡਾਇਰੈਕਟ ਰਿਲੇਸ਼ਨ ਚੱਲਦਾ, ਉਹ 'ਤੇ ਡਿਪੈਂਡ ਕਰਦੀ। ਇਸ ਕਰਕੇ ਜਿਹੜਾ ਪਾਪੂਲੇਸ਼ਨ ਗਰੋਥ ਵੱਧਦੀ ਆ ਤੇ ਇਕੋਨਮੀ ਆਪਣੇ ਉਸ ਪੁਆਇੰਟ ਤੋਂ ਪਿਛਲੇ ਪੁਆਇੰਟ ਤੇ ਆ ਜਾਂਦੀ ਆ, ਕਿਉਂਕਿ ਜਿਹੜੀ ਡਿਸਟਰੀਬਿਊਸ਼ਨ ਆ ਉਹ ਵਧਣ ਕਰਕੇ ਜਿਹੜੀ ਕੈਪੀਟਲ ਪਰ ਹੈਡ ਆ ਉਹ ਪਰ ਲੇਬਰ ਘਟ ਜਾਂਦੀ ਆ। ਕਲੀਅਰ ਆ? ਇਹ ਹੈਗਾ ਸੀ ਤੁਹਾਡੇ ਕੋਲ ਸਿਸਟਮ 2, ਜਿਹਨੂੰ ਆਪਾਂ ਕਹਿੰਦੇ ਆ ਇਫੈਕਟ ਆਫ ਇਨਕਰੀਜ਼ ਇਨ ਪਾਪੂਲੇਸ਼ਨ ਗਰੋਥ ਰੇਟ। ਵੀ ਸਮਝ ਲੱਗ ਗਿਆ? ਬੜੀ ਡਿਟੇਲਿੰਗ ਦੇ ਵਿੱਚ ਮੈਂ ਤੁਹਾਨੂੰ ਬਰੀਕੀ ਦੀ ਗੱਲ ਕਰਦਾ ਪਿਆ, ਇਸ ਕਰਕੇ ਇਹਨੂੰ ਧਿਆਨ ਨਾਲ ਸਮਝਿਓ। ਸੌਖੇ ਸੌਖੇ ਕੰਸੈਪਟ ਆ, ਪਰ ਕਰਨ ਲੱਗਿਆਂ ਆਪਾਂ ਨੂੰ ਦਿੱਕਤ ਇਹ ਆਉਂਦੀ ਆ ਕਿਉਂਕਿ ਇਹ ਕੰਸੈਪਟ ਸਮਝਣ ਵਾਲੇ ਹੁੰਦੇ ਆ ਸਾਰੇ, ਇਹਨੂੰ ਘੋਟਾ ਲਾ ਕੇ ਨਹੀਂ ਤੁਸੀਂ ਪੇਪਰ 'ਚ ਜਾ ਸਕਦੇ, ਜਿਸ ਕਰਕੇ ਤੁਹਾਨੂੰ ਦਿੱਕਤ ਆ ਜਾਣੀ ਆ। ਜੇ ਸਮਝੋਗੇ ਤੇ ਇਹਨੂੰ ਪੜ੍ਹਨ ਦੀ ਵੀ ਨਹੀਂ ਲੋੜ ਪੈਣੀ, ਜੋ ਤੁਸੀਂ ਇੱਥੇ ਪੜ੍ਹ ਲਿਆ ਉਹਦੇ ਨਾਲ ਹੀ ਗੱਲ ਬਣ ਜਾਣੀ ਤੁਹਾਡੀ। ਕਲੀਅਰ ਹੈ ਜੀ? ਉਸ ਤੋਂ ਬਾਅਦ ਆ ਗਿਆ ਤੁਹਾਡੇ ਕੋਲ concept number 3, long run growth and technological change. Long run growth and technological change. ਦੇਖੋ ਨਿਓ ਕਲਾਸੀਕਲ ਨੇ ਟੈਕਨੋਲੋਜੀਕਲ ਚੇਂਜ ਨੂੰ ਕੁਝ ਹੱਦ ਤੱਕ ਕੌਨਸਟੈਂਟ ਮੰਨਿਆ ਹੈ, ਜਾਂ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਟੈਕਨੋਲੋਜੀਕਲ ਚੇਂਜ ਨੂੰ ਉਹਨੇ ਕੀ ਮੰਨਿਆ ਆ? ਐਕਸੋਜੀਨੀਅਸ ਵੇਰੀਏਬਲ। ਕਿਹਨੇ? ਨਿਓ ਕਲਾਸੀਕਲ ਨੇ। ਐਕਸੋਜੀਨੀਅਸ ਵੇਰੀਏਬਲ ਦਾ ਮਤਲਬ ਹੁੰਦਾ ਜਿਹੜਾ ਸਿਸਟਮ ਦੇ ਵਿੱਚ ਤੈਅ ਨਹੀਂ ਹੁੰਦਾ, ਜਾਂ ਜਿਹਨੂੰ ਆਪਾਂ ਡਿਟਰਮਿਨ ਆਊਟਸਾਈਡ ਦਾ ਸਿਸਟਮ ਕਰਦੇ ਹਾਂ, ਉਹ ਕੀ ਹੁੰਦਾ? ਐਕਸੋਜੀਨੀਅਸ ਵੇਰੀਏਬਲ। ਹੁਣ ਇੱਕ ਚੀਜ਼ ਹੋਰ ਵੀ ਮੰਨਦੇ ਆ ਇਹ ਨਿਓ ਕਲਾਸੀਕਲਸ, ਉਹ ਇਹ ਕਹਿੰਦੇ ਆ ਕਿ ਜੇ ਟੈਕਨੋਲੋਜੀਕਲ ਚੇਂਜ ਨੂੰ ਤੁਸੀਂ ਇਗਨੋਰ ਕਰ ਦਿਓ ਤੇ ਜਿਹੜੀ ਇਕੋਨਮੀ ਆ ਉਹ ਕੀ ਹੁੰਦੀ ਆ, ਯਾਨੀ ਕਿ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਟੈਕਨੋਲੋਜੀਕਲ ਚੇਂਜ ਨੂੰ ਇਗਨੋਰ ਕਰਨ ਦਾ ਮਤਲਬ ਆ ਤੁਸੀਂ ਲੌਂਗ ਰਨ ਇਕਨੋਮਿਕ ਗਰੋਥ ਦੀ ਡਿਟਰਮੀਨੇਸ਼ਨ ਠੀਕ ਨਹੀਂ ਕਰ ਰਹੇ, ਜਾਂ ਟੈਕਨੋਲੋਜੀਕਲ ਚੇਂਜ ਦਾ ਇੰਪੈਕਟ ਲੌਂਗ ਰਨ ਗਰੋਥ ਰੇਟ ਦੇ ਉੱਤੇ ਤੁਸੀਂ ਮੇਜਰ ਨਹੀਂ ਕਰਦੇ ਪਏ, ਜਿਹੜਾ ਕਿ ਜ਼ਰੂਰੀ ਆ ਇਕਨੋਮਿਕ ਪੁਆਇੰਟ ਆਫ ਵਿਊ ਤੋਂ। ਮੈਂ ਗੱਲਾਂ ਜਿਹੜੀਆਂ ਕਰਦਾ ਪਿਆ ਇਹ ਸਮਝ ਆਉਂਦੀਆਂ ਵੀ ਪਈਆਂ ਹੋਣਗੀਆਂ ਸ਼ਾਇਦ, ਪਰ ਇਹ ਖਿਆਲ ਰੱਖਿਓ। ਹਾਂ, ਹੁਣ ਕਹਿੰਦਾ ਕਿ ਇਹਦੇ ਲਈ ਆਪਾਂ ਇੱਕ ਚੀਜ਼ ਮੰਨਦੇ ਹਾਂ ਕਿ ਜਿਹੜਾ ਟਾਈਮ ਫੈਕਟਰ ਹੈ ਉਹ ਕੰਮ ਕਰਦਾ,
ਟਾਈਮ ਫੈਕਟਰ ਦੇ ਨਾਲ ਟੈਕਨੋਲੋਜੀ ਚੇਂਜ ਹੁੰਦੀ ਆ। ਟਾਈਮ ਫੈਕਟਰ ਦੇ ਨਾਲ ਕੀ ਹੁੰਦੀ ਆ, ਟੈਕਨੋਲੋਜੀ ਚੇਂਜ ਹੁੰਦੀ ਆ। ਉਹ ਟੈਕਨੋਲੋਜੀ ਕਿੱਦਾਂ ਕੰਮ ਕਰਦੀ ਹੈ, ਆ ਜੇ ਤੁਸੀਂ ਲਾਈਨ ਦੇਖੋ T0 T1 ਤੇ T2, T0 T1 ਤੇ T2 ਇਹ ਸ਼ੋ ਕਰਦੇ ਆ T0 ਇਨੀਸ਼ੀਅਲ ਪੀਰੀਅਡ ਦੇ ਵਿੱਚ ਟੈਕਨੋਲੋਜੀ, ਫਿਰ ਟੈਕਨੋਲੋਜੀ ਇਨਕਰੀਜ਼ ਹੋ ਗਈ, ਅਗਲੇ ਸਾਲ ਟੈਕਨੋਲੋਜੀ ਚੇਂਜ ਹੋ ਗਈ, ਉਸ ਤੋਂ ਅਗਲੇ ਸਾਲ ਫਿਰ ਟੈਕਨੋਲੋਜੀ ਚੇਂਜ ਹੋ ਗਈ। T0 ਤੋਂ T1 ਇੱਕ ਇਹਦੇ ਵਿੱਚ ਮੰਨ ਕੇ ਚੱਲਿਓ, ਆਪਾਂ ਜਿਹੜੀ ਗੱਲ ਕਰਦੇ ਆ ਉਹ ਕਿਹਨੂੰ ਕਰਦੇ ਆ, ਕਿੰਨੀ ਚੇਂਜ ਹੁੰਦੀ ਆ ਟੈਕਨੋਲੋਜੀ ਦੇ ਵਿੱਚ। ਸਪੋਜ਼ ਕਰੋ ਆਪਾਂ ਇੱਥੇ ਮੰਨਦੇ ਪਏ ਆ G%, T0 ਦੇ ਵਿੱਚ G% ਚੇਂਜ ਹੋਈ ਤੇ ਆਪਾਂ ਕਿੱਥੇ ਪਹੁੰਚ ਗਏ, G1 ਤੇ। T1 ਦੇ ਵਿੱਚ ਫਿਰ ਕਿੰਨੀ ਪਰਸੈਂਟੇਜ ਚੇਂਜ ਹੋਈ ਆ, G, ਫਿਰ ਆਪਾਂ ਕਿੱਥੇ ਪਹੁੰਚ ਗਏ, T1 ਤੋਂ T2 ਤੇ। ਕਲੀਅਰ ਹੈ। ਹੁਣ ਇਹਨੂੰ ਆਪਾਂ ਸਮਝ ਲਈਏ ਡਾਇਗਰਾਮ ਨੂੰ ਹੈ ਕੀ ਹੈ। ਦੇਖੋ ਆਹ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, T0 T1 ਤੇ T2 ਕੀ ਆ, ਇੱਕ ਟਾਈਮ ਪੀਰੀਅਡ ਆ ਜਿਹਦੇ ਵਿੱਚ ਟੈਕਨੋਲੋਜੀ ਕੀ ਕਰਦੀ ਆ, ਇੱਕ ਪੀਰੀਅਡ ਤੋਂ ਦੂਜੇ ਪੀਰੀਅਡ ਦੇ ਵਿੱਚ ਚੇਂਜ ਹੁੰਦੀ ਪਈ ਆ। ਕਲੀਅਰ। ਹੁਣ ਇਨੀਸ਼ੀਅਲੀ ਆਪਣੇ ਕੋਲ ਜਿਹੜਾ NK ਆ, NK ਕੀ ਸ਼ੋ ਕਰਦਾ ਪਿਆ ਆਪਾਂ ਨੂੰ, NK ਕੀ ਸ਼ੋ ਕਰਦਾ ਆ, ਰਿਕੁਆਇਰਡ ਇਨਵੈਸਟਮੈਂਟ ਜਿਹੜੀ ਸਟੱਡੀ ਸਟੇਟ ਇਕੁਇਲਿਬਰੀਅਮ ਲਈ ਜ਼ਰੂਰੀ ਹੈ। ਇਨੀਸ਼ੀਅਲੀ ਆਪਣੇ ਕੋਲ ਪ੍ਰੋਡਕਸ਼ਨ ਫੰਕਸ਼ਨ ਕਿਹੜਾ ਆ, Y0, ਤੇ ਇਨੀਸ਼ੀਅਲੀ ਸੇਵਿੰਗ ਫੰਕਸ਼ਨ ਕਿਹੜਾ ਆ, SY0। ਇਨੀਸ਼ੀਅਲੀ ਆਪਣੇ ਕੋਲ ਰਿਕੁਆਇਰਡ ਇਨਵੈਸਟਮੈਂਟ NK ਆ, ਐਕਚੁਅਲ ਇਨਵੈਸਟਮੈਂਟ SY0 ਆ, ਤੇ ਇਹ ਜਿਹੜਾ ਪ੍ਰੋਡਕਸ਼ਨ ਫੰਕਸ਼ਨ ਆ ਉਹ ਕਿਹੜਾ ਆ, Y0। ਕਲੀਅਰ ਹੈ। ਇਸ ਜਗ੍ਹਾ ਤੇ ਟੈਕਨੋਲੋਜੀ ਹੈਗੀ ਆ T0। ਇੰਨੀ ਟੈਕਨੋਲੋਜੀ ਦੇ ਨਾਲ ਆਪਣੀ ਜਿਹੜੀ SY0 ਆ ਉਹ NK ਨੂੰ ਕਿਸ ਜਗ੍ਹਾ ਤੇ ਕੱਟ ਕਰਦੀ ਹੈ, ਇਸ ਪੁਆਇੰਟ ਦੇ ਉੱਤੇ, ਇਕੁਇਲਿਬਰੀਅਮ ਪਾਥ। ਇਸ ਪੁਆਇੰਟ ਦੇ ਉੱਤੇ ਆ ਕੀ ਹੈ ਤੁਹਾਡੇ ਕੋਲ, K1 ਸਟਾਰ ਕੈਪੀਟਲ ਪਰ ਹੈਡ, ਤੇ Y0 ਕੀ ਆ, ਇਨਕਮ ਪਰ ਹੈਡ। ਪ੍ਰੋਡਕਸ਼ਨ ਫੰਕਸ਼ਨ ਤੋਂ ਇਹ ਪਤਾ ਲੱਗ ਗਈ ਇਨਕਮ ਕਿੰਨੀ ਆਪਾਂ ਨੂੰ ਮਿਲਦੀ ਪਈ ਆ, Y0। ਆਪਾਂ ਇੱਕ ਲੇਬਰ ਦੇ ਉੱਤੇ ਇਨਵੈਸਟਮੈਂਟ ਕਿੰਨੀ ਕਰਦੇ ਪਏ ਆ, K0 ਸਟਾਰ, K0 ਸਟਾਰ। ਕਲੀਅਰ। ਹੁਣ ਕਹਿੰਦਾ ਜਦੋਂ ਤੁਹਾਡੀ ਟੈਕਨੋਲੋਜੀ T0 ਤੋਂ T1 ਤੇ ਮੂਵ ਕਰ ਗਈ, ਇੱਕ ਪੀਰੀਅਡ ਤੋਂ ਬਾਅਦ ਚੇਂਜ ਕਿੰਨੀ ਕੀਤੀ, G%। ਕਲੀਅਰ। ਹੁਣ ਇੱਕ ਪੀਰੀਅਡ ਤੋਂ ਬਾਅਦ G% ਚੇਂਜ ਹੋਣ ਦੇ ਨਾਲ ਟੈਕਨੋਲੋਜੀ ਵੱਧ ਕੇ T1 ਤੇ ਚੱਲ ਗਈ। ਮੈਨੂੰ ਇਹ ਦੱਸੋ ਜਦੋਂ ਟੈਕਨੋਲੋਜੀ ਇਨਕਰੀਜ਼ ਹੋਊਗੀ ਪ੍ਰੋਡਕਸ਼ਨ ਵਧੂਗੀ ਕਿ ਨਹੀਂ ਵਧੂਗੀ, ਨੈਚੁਰਲੀ ਵਧੂਗੀ। ਜਿਹੜਾ ਪੋਟੈਂਸ਼ੀਅਲ ਹੈ ਇਕਨੋਮੀ ਦਾ ਉਹ ਵੱਧ ਜਾਊਗਾ। ਜੇ ਪੋਟੈਂਸ਼ੀਅਲ ਵਧੂਗਾ ਤੇ ਪੋਟੈਂਸ਼ੀਅਲ ਵਧਣ ਦੇ ਨਾਲ ਪਹਿਲਾਂ ਆਪਾਂ ਕਿਹੜੇ ਲੈਵਲ ਤੇ ਸੀ, Y0 ਤੇ, ਹੁਣ ਉਹ ਪੋਟੈਂਸ਼ੀਅਲ ਵਧਣ ਦੇ ਨਾਲ ਆਪਾਂ ਕਿਹਦੇ ਤੇ ਮੂਵ ਕਰ ਗਏ ਆ ਬਈ, ਕਿਹਦੇ ਤੇ ਮੂਵ ਕਰ ਗਏ, Y0 ਤੋਂ Y1 ਤੇ। ਨਵਾਂ ਪ੍ਰੋਡਕਸ਼ਨ ਫੰਕਸ਼ਨ ਮਿਲ ਗਿਆ, ਕਿਉਂ, ਕਿਉਂਕਿ ਟੈਕਨੋਲੋਜੀ ਇਨਕਰੀਜ਼ ਹੋ ਗਈ। ਜਦੋਂ ਟੈਕਨੋਲੋਜੀ ਚੇਂਜ ਹੋਈ ਨੈਚੁਰਲੀ ਪ੍ਰੋਡਕਸ਼ਨ ਫੰਕਸ਼ਨ ਚੇਂਜ ਹੋਏ ਨਾ, ਕਿਉਂਕਿ ਪ੍ਰੋਡਕਸ਼ਨ ਫੰਕਸ਼ਨ ਕਿਹਨੂੰ ਰਿਪਰੈਜ਼ੈਂਟ ਕਰਦਾ, ਕੈਪੀਟਲ Y ਇਜ਼ ਇਕੁਅਲ ਟੂ A ਫੰਕਸ਼ਨ ਆਫ ਲੇਬਰ ਐਂਡ ਕੈਪੀਟਲ। ਹੁਣ ਜਦੋਂ A ਚੇਂਜ ਹੋਊਗਾ ਤੇ Y ਵੀ ਤੇ ਚੇਂਜ ਹੋਏਗੀ ਹੋਏਗੀ। ਸਮਝੇ। ਤੁਹਾਨੂੰ ਯਾਦ ਹੈਗਾ ਕਿ ਨਹੀਂ ਬਈ, A ਦਾ ਫੰਕਸ਼ਨ ਭੱਗਿਓ, ਯਾਦ ਆਇਆ ਕਿ ਨਹੀਂ ਆਇਆ ਤੁਹਾਨੂੰ A ਵਾਲਾ ਫੰਕਸ਼ਨ, ਮੈਂ ਤੁਹਾਨੂੰ ਫਿਰ ਦਿਖਾਵਾਂ ਨਹੀਂ ਤੇ A ਵਾਲਾ ਫੰਕਸ਼ਨ ਕੀ ਹੁੰਦਾ ਆ ਦੇਖੋ ਇੱਕ, ਇਹ ਆ ਦੇਖੋ ਇਹਦੇ ਵਿੱਚ ਲਿਖਿਆ y is equal to a f k l। a ਕੀ ਸੀ, ਟੈਕਨੋਲੋਜੀ। ਇਹਦਾ ਮਤਲਬ a ਟੈਕਨੋਲੋਜੀ ਦਾ ਮਤਲਬ a ਇੱਥੇ ਟੈਕਨੋਲੋਜੀ ਮੈਂ ਥੋੜੀ ਦੇਰ ਲਈ ਕੀ ਕੀਤੀ ਸੀ, ਫਿਕਸ ਕੀਤੀ ਸੀ ਇਨੀਸ਼ੀਅਲ ਪੀਰੀਅਡ ਦੇ ਵਿੱਚ। ਆ ਦੇਖਿਆ we assume there is no technological progress, ਕਿੱਥੋਂ, ਜਦੋਂ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ, to begin with। ਇਹਦਾ ਮਤਲਬ ਜੇ ਹੁਣ a ਚੇਂਜ ਹੋਊਗਾ ਤੇ y ਵੀ ਤੇ ਚੇਂਜ ਹੋਏਗਾ ਨਾ, ਸਮਝ ਲੱਗੀ ਗੱਲ। ਜੇ a ਚੇਂਜ ਕਰਾਂਗੇ ਤੇ y ਵੀ ਤੇ ਚੇਂਜ ਹੋਏਗਾ। ਜੇ A ਚੇਂਜ ਕੀਤਾ ਤੇ Y ਚੇਂਜ ਹੋ ਗਿਆ, Y ਚੇਂਜ ਹੋ ਕੇ ਕਿੱਥੇ ਚਲ ਗਿਆ, Y1 ਤੇ। A ਕਿਹਨੂੰ ਕਹਿੰਦੇ ਸੀ, T0 ਨੂੰ, ਯਾਨੀ ਕਿ ਟੈਕਨੋਲੋਜੀ ਨੂੰ। ਹੁਣ ਇਸ ਜਗ੍ਹਾ ਤੇ ਆ ਜਾਓ, ਇਸ ਜਗ੍ਹਾ ਤੇ ਟੈਕਨੋਲੋਜੀ ਵੱਧ ਕੇ ਪਹੁੰਚ ਗਈ, ਜਿਹਦੇ ਨੇ ਗ੍ਰਾਫ ਜਿਹੜਾ ਆਪਣਾ ਪ੍ਰੋਡਕਸ਼ਨ ਫੰਕਸ਼ਨ ਹੈ ਪੋਟੈਂਸ਼ੀਅਲ ਇਕਨੋਮੀ ਦਾ ਇਨਕਰੀਜ਼ ਹੋ ਗਿਆ। ਇਸ ਪੋਟੈਂਸ਼ੀਅਲ ਇਨਕਰੀਜ਼ ਹੋਣ ਨਾਲ ਜਦੋਂ ਪ੍ਰੋਡਕਸ਼ਨ ਫੰਕਸ਼ਨ ਵਧੂਗਾ, ਇਕਨੋਮੀ 'ਚ ਪ੍ਰੋਡਕਸ਼ਨ ਵਧੂਗੀ, ਨੈਚੁਰਲੀ ਇਨਕਮ ਵਧੂਗੀ ਤੇ ਲੋਕਾਂ ਦਾ ਸੇਵਿੰਗ ਲੈਵਲ ਵੀ ਵਧੂਗਾ। ਹੁਣ ਸੇਵਿੰਗ ਲੈਵਲ ਕਿੰਨਾ ਆ ਗਿਆ ਜੀ, ਆਹ ਸੇਵਿੰਗ ਲੈਵਲ ਆ ਗਿਆ। ਸੇਵਿੰਗ ਲੈਵਲ ਕਿੰਨਾ ਪਹੁੰਚ ਗਿਆ, SY1। ਜਦੋਂ SY1 ਆਇਆ ਇਹਨੇ ਕੱਟ ਕਿੱਥੇ ਕੀਤਾ, ਇਸ ਜਗ੍ਹਾ ਤੇ NK ਨੂੰ, ਜਿਹੜੀ ਰਿਕੁਆਇਰਡ ਇਨਵੈਸਟਮੈਂਟ ਸੀ। ਇਸ ਜਗ੍ਹਾ ਤੇ ਕੱਟ ਕਰਨ ਨਾਲ ਨਵੀਂ ਕੈਪੀਟਲ
ਪਰ ਹੈਡ ਕਿੰਨੀ ਬਣ ਗਈ K1 ਸਟਾਰ ਤੇ ਨਵਾਂ ਤੁਹਾਡਾ ਆਊਟਪੁੱਟ ਲੈਵਲ ਕਿਹੜਾ ਬਣ ਗਿਆ Y1 ਕਲੀਅਰ ਹੈ। ਹੁਣ T0 ਤੋਂ T1 ਆ ਗਈ, ਫਿਰ G% ਚੇਂਜ ਹੋ ਗਈ, ਅਗਲੇ ਸਾਲ ਫਿਰ ਚੇਂਜ ਆ ਗਈ, ਅਗਲੇ ਸਾਲ ਜਿਹੜੀ ਚੇਂਜ ਆਈ ਆ ਉਹ ਚੇਂਜ ਕਿੰਨੀ ਆ ਗਈ ਆ T2, ਯਾਨੀ ਕਿ ਨਵਾਂ ਪ੍ਰੋਡਕਸ਼ਨ ਫੰਕਸ਼ਨ ਆ ਗਿਆ। ਟੈਕਨੋਲੋਜੀ ਫੇਰ ਚੇਂਜ ਹੋ ਗਈ, ਪ੍ਰੋਡਕਸ਼ਨ ਫੰਕਸ਼ਨ ਫੇਰ ਚੇਂਜ ਹੋ ਗਿਆ। ਜਦੋਂ ਪ੍ਰੋਡਕਸ਼ਨ ਫੰਕਸ਼ਨ ਚੇਂਜ ਹੋਇਆ ਨੈਚੁਰਲੀ ਜਿਹੜੀ ਸੇਵਿੰਗ ਫੰਕਸ਼ਨ ਆ ਉਹ ਫੇਰ ਇਨਕਰੀਜ਼ ਕਰ ਗਿਆ। ਸੇਵਿੰਗ ਫੰਕਸ਼ਨ SY2 ਤੋਂ SY1 ਤੋਂ SY2 ਚਲ ਗਿਆ, ਨਵਾਂ ਇਕਲਿਬਰੀਅਮ ਇਸ ਜਗ੍ਹਾ ਤੇ ਆ ਗਿਆ। ਇਸ ਜਗ੍ਹਾ ਤੇ ਇਕਲਿਬਰੀਅਮ ਆਉਣ ਦੇ ਨਾਲ K2 ਸਟਾਰ ਕੀ ਹੋ ਗਈ ਕੈਪੀਟਲ ਪਰ ਹੈਡ, ਤੇ Y2 ਕੀ ਮਿਲ ਗਿਆ ਇਕਨੋਮੀ ਨੂੰ ਆਊਟਪੁੱਟ ਪਰ ਹੈਡ। ਇਹ ਟੈਕਨੋਲੋਜੀਕਲ ਚੇਂਜ ਸੀ। ਹੁਣ ਤੁਹਾਨੂੰ ਤਿੰਨੇ ਹੀ ਗ੍ਰਾਫ ਇਹਦੇ 'ਚ ਸਮਝ ਆ ਗਏ ਹੋਣੇ ਆ। ਪਹਿਲੇ ਦੇ ਵਿੱਚ ਆਪਾਂ ਸੇਵਿੰਗ ਫੰਕਸ਼ਨ ਚੇਂਜ ਕੀਤਾ, ਦੂਜੇ ਦੇ ਵਿੱਚ ਆਪਾਂ ਪਾਪੂਲੇਸ਼ਨ ਚੇਂਜ ਕੀਤੀ, ਤੀਜੇ ਦੇ ਵਿੱਚ ਆਪਾਂ ਟੈਕਨੋਲੋਜੀ ਚੇਂਜ ਕੀਤੀ। ਜਦੋਂ ਟੈਕਨੋਲੋਜੀ ਚੇਂਜ ਹੁੰਦੀ ਆ ਤੇ ਸੇਵਿੰਗ ਫੰਕਸ਼ਨ ਆਪਣੇ ਆਪ ਹੀ ਚੇਂਜ ਹੁੰਦਾ ਹੈ। ਜਦੋਂ ਸੇਵਿੰਗ ਫੰਕਸ਼ਨ ਚੇਂਜ ਹੋਏਗਾ ਤੇ ਤੁਸੀਂ ਇੱਕ ਚੀਜ਼ ਤੇ ਨੋਟ ਕਰੇ ਹੀ ਲਈ ਆ, ਜਿਹੜੀ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਾ ਕਿ ਆਪਾਂ ਇਕਲਿਬਰੀਅਮ ਪਾਥ ਜਿਹੜਾ ਆ ਉਹ ਚੇਂਜ ਹੋ ਕੇ ਅੱਗੇ ਜਾਂਦਾ ਜਦੋਂ ਸੇਵਿੰਗ ਫੰਕਸ਼ਨ ਵੱਧਦਾ ਹੈ। ਉਹ ਪਹਿਲਾਂ ਇੱਥੇ ਸੀ, ਫਿਰ ਇਸ ਪੁਆਇੰਟ ਤੇ ਚਲ ਗਿਆ, ਫਿਰ ਇਸ ਪੁਆਇੰਟ ਤੇ ਚਲ ਗਿਆ, ਕਿਉਂਕਿ ਸੇਵਿੰਗ ਫੰਕਸ਼ਨ ਚੇਂਜ ਹੋ ਰਿਹਾ। ਸੇਵਿੰਗ ਫੰਕਸ਼ਨ ਪਹਿਲੀ ਜਿਹੜੀ ਆਪਾਂ ਇੱਕ ਡਾਇਗਰਾਮ ਪੜ੍ਹੀ ਸੀ ਉਹਦੇ ਵਿੱਚ ਵੀ ਸੇਵਿੰਗ ਫੰਕਸ਼ਨ ਕੀ ਹੋ ਰਹੇ ਸੀ ਚੇਂਜ ਹੋ ਰਹੇ ਸੀ। ਕਲੀਅਰ ਆ। ਇਹਦੇ ਨਾਲ ਤੁਹਾਡੇ ਤਿੰਨੇ ਹੀ ਜਿਹੜੇ ਮਾਡਲ ਦੇ ਪੁਆਇੰਟ ਆ ਉਹ ਕਵਰ ਹੋ ਗਏ ਆ। ਉਹਨਾਂ ਪੁਆਇੰਟਸ ਨੂੰ ਨਾਲ ਹੀ ਤੁਹਾਡਾ ਜਿਹੜਾ ਇਹ ਵਾਲਾ ਮਾਡਲ ਆ 100% ਮਾਡਲ ਵੀ ਖਤਮ ਹੋ ਗਿਆ, ਤੇ ਨਾਲ ਕੀ ਖਤਮ ਹੋ ਗਿਆ ਤੁਹਾਡਾ, ਇਹ ਤੇ ਖਤਮ ਹੋਇਆ ਹੀ ਹੋਇਆ, ਨਾਲ ਕੀ ਖਤਮ ਹੋ ਗਿਆ ਤੁਹਾਡਾ ਯੂਨਿਟ ਨੰਬਰ 3 ਖਤਮ ਹੋ ਗਿਆ। ਕੀ ਪੁਆਇੰਟਸ ਆ ਜਿਹੜੇ ਤੁਸੀਂ ਆਲਰੇਡੀ ਪੜ੍ਹੇ ਆ, ਮੈਂ ਇਹਦੇ ਵਿੱਚ ਬਹੁਤਾ ਇੱਕ ਸਲਾਈਡ ਹੀ ਜਸਟ ਲਿਖ ਕੇ ਤੇ ਅੱਗੇ ਚੱਲਣਾ ਆ। ਤੁਸੀਂ ਇਹਦੀ ਆਪਣੀ ਫੋਟੋ ਤੁਹਾਡੇ ਕੋਲ ਡਾਊਨਲੋਡ ਕਰੋਗੇ ਤੇ ਐਕਚੁਅਲੀ ਇਹਦੀ ਫੋਟੋ ਖਿੱਚ ਲਿਓ, ਕਿਉਂਕਿ ਇਹ ਜਸਟ ਇੱਕ ਕੀ ਪੁਆਇੰਟਸ ਆ, ਜੇ ਯਾਦ ਰੱਖ ਲਿਓ ਇਹ ਪੇਪਰ ਦੇ ਵਿੱਚ ਤੁਹਾਨੂੰ ਕੰਮ ਆਣੇ ਆ। ਆਪਾਂ ਲਿਖੇ ਆ ਪਹਿਲਾਂ ਆਲਰੇਡੀ, ਤੁਸੀਂ ਇਹ ਪੜ੍ਹਿਆ ਆ ਸਾਰਾ ਜੋ ਕੁਛ ਇਹਦੇ ਵਿੱਚ ਲਿਖਿਆ ਹੈ। ਇੱਕ ਸਲਾਈਡ ਆ ਸੀ, ਇੱਕ ਸਲਾਈਡ ਆ ਤੁਹਾਡੀ, ਮੈਂ ਇਹਦੇ ਵਿੱਚ ਬਹੁਤਾ ਜ਼ਿਆਦਾ ਕੰਮ ਨਹੀਂ ਕਰਦਾ ਪਿਆ, ਇਹ ਸਾਰਾ ਕੁਝ ਤੁਸੀਂ ਪੜ੍ਹਿਆ। ਕਲੀਅਰ ਹੈ। ਅੱਛਾ, ਇਹਦੇ ਨਾਲ ਤੁਹਾਡਾ ਇਹ ਵਾਲਾ ਮਾਡਲ ਫਿਨਿਸ਼ ਹੋ ਗਿਆ। ਜੇ ਕੋਈ ਪ੍ਰੋਬਲਮ ਆ ਤੇ ਮੈਂ ਪੱਕੀ ਫੋਟੋ ਰੱਖੀ ਹੈ, ਇਹ ਯਾਦ ਰੱਖੋ। ਕਹਿਣ ਦਾ ਮਤਲਬ ਹੈ ਕੋਈ ਪੁੱਛ ਹੈ ਦਿਮਾਗ ਦੇ ਵਿੱਚ ਤੇ ਦਿਮਾਗ 'ਚ ਰੱਖਿਓ, ਪੁੱਛਣਾ ਨਹੀਂ। ਹੱਸਦਾ ਪਿਆ, ਜੇ ਪੁੱਛਣਾ ਤੇ ਕਮੈਂਟ ਸੈਕਸ਼ਨ 'ਚ ਜਾ ਕੇ ਪੁੱਛ ਲਓ, ਜਾਂ WhatsApp ਦੇ ਉੱਤੇ ਆਪਣਾ ਕੁਐਸਚਨ ਉਹਦੇ ਵਿੱਚ ਭੇਜ ਦਿਓ। ਤੁਹਾਡਾ ਇਹਦੇ ਨਾਲ ਸਾਰਾ ਕਨਸੈਪਟ ਖਤਮ ਹੋ ਗਿਆ। ਜੇ ਮੇਰੇ ਕੋਲ ਤੁਹਾਡਾ ਰਿਟਨ ਮਟੀਰੀਅਲ ਵਾਲਾ ਪੋਰਸ਼ਨ ਤਿਆਰ ਹੋ ਗਿਆ, ਕਿਉਂਕਿ ਲਿਖਣਾ ਪੈਂਦਾ ਕਾਫੀ, ਫਿਰ ਤਾਂ ਤੁਹਾਨੂੰ ਮੈਂ ਭੇਜ ਦੂੰਗਾ 30 ਤਰੀਕ ਨੂੰ ਉਹ ਵਾਲਾ ਮਟੀਰੀਅਲ, ਨਹੀਂ ਤਾਂ ਫਿਰ 30 ਨੂੰ ਹੋ ਸਕਦਾ ਮੈਂ ਨਾ ਭੇਜਾਂ। ਸ਼ਨੀਵਾਰ ਮਟੀਰੀਅਲ ਭੇਜ ਦਾਂਗਾ। ਆਪਾਂ ਨੈਕਸਟ ਮੰਡੇ ਦੇਖਦੇ ਹਾਂ ਕਿਹੜਾ ਟੌਪਿਕ ਸ਼ੁਰੂ ਕਰਨਾ ਹੈ ਅਗਲੇ ਯੂਨਿਟ ਦੇ ਵਿੱਚੋਂ। ਤੁਹਾਡਾ ਇੱਕ ਬਹੁਤ ਵੱਡਾ ਜਿਹੜਾ ਮਾਡਲ ਵਾਲਾ ਯੂਨਿਟ ਸੀ ਇਹ ਖਤਮ ਹੋ ਗਿਆ, ਸੋਲੋ ਮਾਡਲ ਤੇ ਹੈਰੋਡੋਮਰ ਮਾਡਲ। ਹੁਣ ਪੇਪਰ ਦੇ ਵਿੱਚ ਇਹ ਨਾ ਹੋਵੇ ਕਿ ਇਹ ਪੜ੍ਹ ਕੇ ਨਾ ਜਾਓ, ਮਿਹਨਤ ਬਹੁਤ ਆ, ਆਰਾਮ ਨਾਲ ਪੜ੍ਹੋ, ਆਰਾਮ ਨਾਲ ਤੁਹਾਨੂੰ ਆ ਜਾਣਾ। ਥੈਂਕ ਯੂ।